Dear students, बेसिक्स ऑफ मैनेजमेंट जो कि 6 ਸਮੈਸਟਰ ਦਾ ਕਾਮਨ ਸਬਜੈਕਟ ਹੈ, ਉਸ ਦਾ ਚੈਪਟਰ ਮੈਨੇਜਮੈਂਟ ਸਕੋਪ ਇਨ ਡਿਫਰੈਂਟ ਏਰੀਆਜ਼ ਆਪਾਂ ਪਿਛਲੇ ਕਾਫੀ ਲੈਕਚਰਸ ਦੇ ਵਿੱਚ ਡਿਸਕਸ ਕਰ ਰਹੇ ਹਾਂ। ਪਿਛਲੇ ਲੈਕਚਰ ਦੇ ਵਿੱਚ ਆਪਾਂ ਫਾਈਨੈਂਸ਼ੀਅਲ ਮੈਨੇਜਮੈਂਟ ਦੇ ਅੰਡਰ ਇਨਕਮ ਟੈਕਸ ਬਾਰੇ ਡਿਸਕਸ ਕੀਤਾ ਸੀ। ਹੁਣ ਉਸ ਤੋਂ ਅੱਗੇ ਹੋਰ ਟੈਕਸਿਸ ਬਾਰੇ ਅਤੇ ਪ੍ਰੋਵੀਡੈਂਟ ਫੰਡ ਬਾਰੇ ਆਪਾਂ ਅੱਜ ਡਿਸਕਸ ਕਰਾਂਗੇ। ਜਿਹੜੇ ਜ਼ਿਆਦਾਤਰ ਟੈਕਸਿਸ ਜਿਹੜੇ ਨੇ ਗੌਰਮੈਂਟ ਆਪਣੇ ਤੋਂ ਵਸੂਲ ਕਰਦੀ ਹੈ, ਉਹਨਾਂ ਦੇ ਵਿੱਚ ਸੇਲਸ ਟੈਕਸ, ਐਕਸਾਈਜ਼ ਡਿਊਟੀ, ਕਸਟਮ ਡਿਊਟੀ ਅਤੇ GST, ਇਹ ਜ਼ਿਆਦਾਤਰ ਟੈਕਸਿਸ ਅੱਜ ਕੱਲ੍ਹ ਜਿਹੜੇ ਨੇ ਇਹ ਗੌਰਮੈਂਟ ਆਮ ਲੋਕਾਂ ਤੋਂ ਵਸੂਲ ਕਰਦੀ ਹੈ। ਕੋਈ ਵੀ ਚੀਜ਼ ਹੈ ਜਦੋਂ ਵੀ ਕਿਤੋਂ ਵੀ ਵਿਕਦੀ ਹੈ, ਅਸੀਂ ਕਿਤੋਂ ਵੀ ਖਰੀਦਦੇ ਹਾਂ ਤਾਂ ਉਹਦੇ ਉੱਪਰ ਟੈਕਸ ਦੇ ਕੇ ਆਉਂਦੇ ਹਾਂ। ਕਿਸੇ ਵੀ ਫਾਰਮ ਦੇ ਵਿੱਚ ਹੋਵੇ, ਉਹ ਸੇਲ ਟੈਕਸ ਦੀ ਫਾਰਮ ਵਿੱਚ ਹੋ ਸਕਦਾ ਹੈ, GST ਦੀ ਫਾਰਮ ਵਿੱਚ ਹੋ ਸਕਦਾ ਹੈ, ਐਕਸਾਈਜ਼ ਡਿਊਟੀ ਦੀ ਫਾਰਮ ਵਿੱਚ ਹੋ ਸਕਦਾ ਹੈ। ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਬਹੁਤ ਸਾਰੀਆਂ ਚੀਜ਼ਾਂ ਦੀ ਕੋਈ ਨਾ ਕੋਈ ਟੈਕਸ ਹੈ। ਸਿਰਫ ਕੁਝ ਚੀਜ਼ਾਂ ਜਿਵੇਂ ਜਿਹੜੀਆਂ ਬਹੁਤ ਰੋਜ਼ਮर्रा ਦੀ ਚੀਜ਼ਾਂ ਜਿਹੜੀਆਂ ਨੇ, ਖਾਦ ਪਦਾਰਥ ਨੇ ਜਾਂ ਇਹੋ ਜਿਹੇ ਕੁਛ ਹੋਰ ਆਈਟਮਸ ਨੇ ਜਿਹੜੀਆਂ ਬਹੁਤ ਮੈਡੀਸਿਨਸ ਨੇ, ਕੋਈ ਲਾਈਫ ਸੇਵਿੰਗ ਡਰੱਗਸ ਨੇ, ਕੋਈ ਲਾਈਫ ਸੇਵਿੰਗ ਇੰਸਟਰੂਮੈਂਟ ਨੇ, ਉਹਨਾਂ ਦੇ ਉੱਪਰ ਟੈਕਸ ਨਹੀਂ ਹੁੰਦਾ। ਬਾਕੀ ਅਸੀਂ ਸਵੇਰੇ ਉੱਠ ਕੇ ਜਦੋਂ ਵੀ ਅਸੀਂ ਈਵਨ ਬਰੱਸ਼ ਕਰਦੇ ਹਾਂ, ਬਰੱਸ਼ 'ਤੇ ਵੀ ਟੈਕਸ ਹੈ, ਪੇਸਟ 'ਤੇ ਵੀ ਟੈਕਸ ਹੈ, ਚਾਹ ਪੀਂਦੇ ਹਾਂ, ਚਾਹ 'ਤੇ ਵੀ ਟੈਕਸ ਹੈ, ਖੰਡ 'ਤੇ ਵੀ ਟੈਕਸ ਹੈ, ਦੁੱਧ 'ਤੇ ਵੀ ਟੈਕਸ ਹੈ। ਸੋ ਇਹ ਤਕਰੀਬਨ ਅਸੀਂ ਹਰੇਕ ਚੀਜ਼ 'ਤੇ ਟੈਕਸ ਜੋ ਹੈ ਗੌਰਮੈਂਟ ਸਾਡੇ ਤੋਂ ਲੈਂਦੀ ਹੈ। ਅਤੇ ਇਹ ਟੈਕਸ ਤਾਂ ਕਰਕੇ ਲੈਂਦੀ ਹੈ ਕਿਉਂਕਿ ਇਹਨਾਂ ਟੈਕਸਿਸ ਨਾਲ ਹੀ ਸਰਕਾਰ ਦਾ ਜੋ ਅੱਗੇ ਕੰਮ ਹੈ, ਜੋ ਡਿਵੈਲਪਮੈਂਟ ਵਰਕਸ ਨੇ ਉਹ ਚੱਲਦੇ ਨੇ। ਸਰਕਾਰ ਨੇ ਹੋਰ ਜੋ ਵੈਲਫੇਅਰ ਸਕੀਮਸ ਹੈ ਉਹ ਟੈਕਸਿਸ ਦੇ ਥਰੂ ਚਲਾਉਣੀਆਂ ਨੇ। ਬਹੁਤ ਸਾਰੇ ਕੰਮ ਹੈ, ਸਿਕਿਉਰਿਟੀ ਸਾਡੀ ਕਰਨੀ ਹੈ, ਉਹ ਸਭ ਕੁਛ ਜੋ ਹੈ ਟੈਕਸਿਸ ਦੇ ਨਾਲ ਹੀ ਹੋਣਾ ਹੈ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਸੇਲਸ ਟੈਕਸ ਦੀ। ਜਿਹੜੀ ਚੀਜ਼ ਸਭ ਤੋਂ ਪਹਿਲੀ ਵਾਰੀ ਵਿਕਦੀ ਹੈ ਆ ਕੇ ਪਰਚੂਨ ਮਾਰਕੀਟ ਦੇ ਵਿੱਚ, ਉਸ ਦੇ ਉੱਪਰ ਸੇਲ ਟੈਕਸ ਲਗਾਇਆ ਜਾਂਦਾ। ਲੇਵਿਡ ਮਤਲਬ ਲਗਾਇਆ ਜਾਂਦਾ ਹੈ, ਉਸ ਦੇ ਉੱਪਰ ਵਸੂਲਿਆ ਜਾਂਦਾ ਹੈ। ਇਟ ਕੈਨ ਬੀ ਇੰਪੋਜ਼ਡ ਬਾਈ ਸੈਂਟਰਲ ਗੌਰਮੈਂਟ ਔਰ ਸਟੇਟ ਗੌਰਮੈਂਟ। ਕੁਝ ਆਈਟਮਾਂ ਦੇ ਉੱਪਰ ਸੈਂਟਰਲ ਗੌਰਮੈਂਟ ਸੇਲ ਟੈਕਸ ਇੰਪੋਜ਼ ਕਰਦੀ ਹੈ, ਕੁਝ ਦੇ ਉੱਪਰ ਸਟੇਟ ਗੌਰਮੈਂਟ ਇੰਪੋਜ਼ ਕਰਦੀ ਹੈ, ਜਾਂ ਕੁਝ ਆਈਟਮ 'ਤੇ ਦੋਨੋਂ ਹੀ ਕਰ ਸਕਦੀਆਂ। ਸੋ ਇਹ ਆਈਟਮ ਟੂ ਆਈਟਮ ਡਿਪੈਂਡ ਕਰਦਾ। ਅਤੇ ਰੇਟਸ ਵੀ ਜਿਹੜੇ ਨੇ ਉਹ ਡਿਫਰੈਂਟ ਗੌਰਮੈਂਟ ਵੱਲੋਂ ਡਿਸਾਈਡ ਕੀਤੇ ਜਾਂਦੇ ਨੇ, ਵੇਰੀ ਵੀ ਕਰਦੇ ਨੇ ਪ੍ਰੋਡਕਟ ਟੂ ਪ੍ਰੋਡਕਟ। ਕਿ ਕਿਸੇ ਚੀਜ਼ 'ਤੇ 5% ਟੈਕਸ ਹੁੰਦਾ ਹੈ, ਕਿਸੇ ਚੀਜ਼ 'ਤੇ 10 ਹੁੰਦਾ ਹੈ, ਕਿਸੇ 'ਤੇ 15 ਹੋ ਜਾਂਦਾ, ਕਿਸੇ 'ਤੇ 20 ਹੋ ਜਾਂਦਾ, 18 ਹੋ ਜਾਂਦਾ। ਅਲੱਗ-ਅਲੱਗ ਟਾਈਪ ਦੀਆਂ ਚੀਜ਼ਾਂ ਨੂੰ ਦੇਖਦੇ ਹੋਏ ਟੈਕਸ ਦਾ ਰੇਟ ਚੇਂਜ ਹੁੰਦਾ ਹੈ। ਜਿਹੜੀਆਂ ਲਗਜ਼ਰੀ ਆਈਟਮਸ ਹੁੰਦੀਆਂ ਉਹਨਾਂ ਦਾ ਜੋ ਹੈ ਟੈਕਸ ਉਹਨਾਂ ਦੇ ਉੱਪਰ ਜ਼ਿਆਦਾ ਹੁੰਦਾ ਹੈ। ਜਿਹੜੀਆਂ ਆਮ ਲੋਕਾਂ ਦੀ ਜ਼ਰੂਰਤ ਦੀਆਂ ਚੀਜ਼ਾਂ ਹੁੰਦੀਆਂ ਨੇ ਉਹਨਾਂ ਦੇ ਟੈਕਸ ਘੱਟ ਹੁੰਦਾ ਹੈ। ਇਟ ਇਜ਼ ਲੈਵਿਡ ਔਨ ਸੈਲਰ। ਸੈਲਰ ਦੇ ਉੱਪਰ ਲਾਇਆ ਜਾਂਦਾ ਜਿਸ ਨੇ ਚੀਜ਼ ਵੇਚਣੀ ਹੈ, ਅਤੇ ਉਹ ਐਂਡ ਯੂਜ਼ਰ ਜਿਹੜਾ ਕਸਟਮਰ ਹੈ ਉਹਦੇ ਤੋਂ ਰਿਕਵਰ ਕਰਦਾ ਹੈ। ਕਿਉਂਕਿ ਜਿਹੜੀ ਚੀਜ਼ ਦੇ ਉੱਪਰ ਜੋ ਵੀ ਰੇਟ ਲਿਖਿਆ ਹੈ ਉਸ ਦੇ ਉੱਪਰ ਟੈਕਸ ਗੌਰਮੈਂਟ ਨੇ ਲੈ ਲੈਣਾ, ਅਤੇ ਉਹ ਜੋ MRP ਹੈ ਜਾਂ ਜਿਸ ਤਰ੍ਹਾਂ ਦਾ ਵੀ ਚੀਜ਼ ਹੈ ਸਾਰਿਆਂ ਦੇ ਵਿੱਚ ਟੈਕਸ ਜੋ ਹੈ ਉਹ ਇਨਕਲੂਡਿੰਗ ਹੀ ਹੁੰਦਾ ਹੈ। ਸਮ ਐਸੈਂਸ਼ੀਅਲ ਕੋਮੋਡਿਟੀਜ਼ ਜਿਵੇਂ ਮੈਂ ਪਹਿਲਾਂ ਦੱਸਿਆ, ਫੂਡ ਆਈਟਮ, ਮੈਡੀਸਿਨ, ਇਹਨਾਂ ਨੂੰ ਸੇਲ ਟੈਕਸ ਤੋਂ ਐਗਜ਼ੈਂਪਸ਼ਨ ਹੁੰਦੀ ਹੈ। ਇਸ ਤੋਂ ਬਾਅਦ ਇੱਕ ਨਵਾਂ ਟੈਕਸ ਬਣਿਆ ਸੀ ਵੈਟ, ਵੈਲਿਊ ਐਡਿਡ ਟੈਕਸ। ਉਹ ਨਵੀਂ ਫਾਰਮ ਸੀ ਸੇਲ ਟੈਕਸ ਦੀ। ਉਸ ਦੇ ਵਿੱਚ ਕੁਛ ਹੋਰ ਸੈਸ, ਕੁਛ ਜਿਹੜੇ ਸਰਚਾਰਜ ਆ ਉਹ ਵੀ ਇਨਕਲੂਡ ਕੀਤੇ ਗਏ ਸੀ। ਹੁਣ ਇੱਕ ਹੋਰ ਨਵਾਂ ਟੈਕਸ ਆਇਆ, ਉਸਨੂੰ ਅੱਗੇ ਆ ਕੇ ਆਪਾਂ ਡਿਸਕਸ ਕਰਾਂਗੇ। ਐਕਸਾਈਜ਼ ਡਿਊਟੀ ਇਹ ਬਹੁਤ ਵੈਲ ਨੋਨ ਫਾਰਮ ਆਫ ਟੈਕਸ ਇਨ ਇੰਡੀਆ। ਬਹੁਤ ਸਾਡੇ ਮਸ਼ਹੂਰ ਇੱਕ ਟੈਕਸ ਹੈ ਅਤੇ ਸਰਕਾਰਾਂ ਦਾ ਬਿਗੈਸਟ ਸੋਰਸ ਆਫ ਰੈਵਨਿਊ ਹੈ। ਬਹੁਤ ਸਾਰਾ ਰੈਵਨਿਊ ਇੱਥੋਂ ਸਾਨੂੰ ਮਿਲਦਾ ਹੈ। ਇਟ ਸਰਵਸ ਡਿਫਰੈਂਟ ਪਰਪਸਿਸ ਲਾਈਕ ਪ੍ਰਾਈਸ ਕੰਟਰੋਲ, ਸਪਲਾਈਜ਼ ਆਫ ਐਸੈਂਸ਼ੀਅਲ ਕਮੋਡਿਟੀਜ਼, ਇੰਡਸਟਰੀਅਲ ਗਰੋਥ ਐਂਡ ਪ੍ਰਮੋਸ਼ਨ ਆਫ ਸਮਾਲ ਸਕੇਲ ਇੰਡਸਟਰੀਜ਼। ਇਸ ਦੇ ਨਾਲ ਜੋ ਹੈ ਵੈਲਫੇਅਰ ਦੀਆਂ ਐਕਟੀਵਿਟੀਜ਼, ਮਹਿੰਗਾਈ ਨੂੰ ਕੰਟਰੋਲ ਕਰਨ ਦੇ ਲਈ, ਐਸੈਂਸ਼ੀਅਲ ਜਿਹੜੀਆਂ ਚੀਜ਼ਾਂ ਨੇ ਉਹਨਾਂ ਦੀ ਸਪਲਾਈ ਦੇ ਲਈ, ਇੰਡਸਟਰੀ ਗਰੋਥ ਦੇ ਲਈ, ਇਹ ਚੀਜ਼ਾਂ ਜੋ ਹੈ ਇਹ ਐਕਸਾਈਜ਼ ਡਿਊਟੀ ਨਾਲ ਜੋ ਹੈ ਇਹਨਾਂ ਨੂੰ ਕੰਪਨਸੇਟ ਕੀਤਾ ਜਾਂਦਾ ਹੈ। ਐਕਸਾਈਜ਼ ਡਿਊਟੀਜ਼ ਟੂ ਬੀ ਪੇਡ ਬਿਫੋਰ ਦਾ ਗੁੱਡਸ ਲੀਵ ਫੈਕਟਰੀ। ਇਹ ਸਮਾਨ ਜਦੋਂ ਫੈਕਟਰੀ ਤੋਂ ਬਾਹਰ ਆਉਣ ਤੋਂ ਪਹਿਲਾਂ ਹੀ ਐਕਸਾਈਜ਼ ਡਿਊਟੀ ਜਿਹੜੀ ਹੈ ਉਹ ਪੇ ਕਰਨੀ ਪੈਂਦੀ ਹੈ, ਤਾਂ ਹੀ ਸਮਾਨ ਫੈਕਟਰੀ ਤੋਂ ਬਾਹਰ ਆ ਸਕਦਾ ਹੈ।
ਇਹ ਵੀ ਡਿਫਰੈਂਟ ਆਈਟਮਸ ਦੇ ਉੱਪਰ ਗੌਰਮੈਂਟ ਵੱਲੋਂ ਟਾਈਮ ਟੂ ਟਾਈਮ ਰੇਟਸ ਜਿਹੜੇ ਨੇ ਡਿਸਾਈਡ ਕੀਤੇ ਜਾਂਦੇ ਨੇ। ਇਸ ਦੇ ਵਿੱਚ ਕਈ ਚੀਜ਼ਾਂ ਜਿਹੜੀਆਂ ਸਰਕਾਰ ਚਾਹੁੰਦੀ ਹੈ ਕਿ ਲੋਕੀ ਨਾ ਵਰਤਣ, ਪਰ ਉਸ ਤੋਂ ਜੇ ਵਰਤਣੀਆਂ ਵੀ ਹੁੰਦੀਆਂ ਤੇ ਉਸ ਤੋਂ ਰੈਵਨਿਊ ਆਏ। ਹੁਣ ਜਿਵੇਂ ਲੀਕੁਅਰ ਹੈ, ਸ਼ਰਾਬ ਹੈ, ਉਹ ਜੇਕਰ ਫੈਕਟਰੀ ਦੇ ਵਿੱਚ 100 ਰੁਪਏ ਤੋਂ ਘੱਟ ਦੇ ਵਿੱਚ ਬੋਤਲ ਜੋ ਹੈ ਇੱਕ ਤਿਆਰ ਹੋ ਜਾਂਦੀ ਹੈ, ਉਸ ਦੇ ਉੱਪਰ 500 ਰੁਪਇਆ ਸਰਕਾਰ ਐਕਸਾਈਜ਼ ਡਿਊਟੀ ਲਾਉਂਦੀ ਹੈ। ਸਰਕਾਰ ਦਾ ਇਹ ਹੈ ਕਿ ਮਹਿੰਗੀ ਹੋਏਗੀ ਅਤੇ ਘੱਟ ਵਿਕੇਗੀ, ਘੱਟ ਲੋਕੀ ਪੀਣਗੇ, ਇਹ ਵੀ ਇੱਕ ਪਰਪਜ਼ ਹੈ। ਦੂਸਰਾ ਰੈਵਨਿਊ ਵੀ ਵੱਧਦਾ। ਹੁਣ ਜੇਕਰ ਇਹ ਤੁਸੀਂ ਦੇਖੋ ਜਿਹੜੀ ਬੋਤਲ ਅੱਜ 800 ਦੀ ਮਿਲ ਰਹੀ ਹੈ, ਜੇ ਉਹੀ ਬੋਤਲ 100 ਰੁਪਏ ਦੀ ਮਿਲਣ ਲੱਗ ਜਾਏ ਤਾਂ ਕਿੰਨਾ ਲੋਕੀ ਸ਼ਰਾਬ ਪੀਣਗੇ। ਸੋ ਇੱਕ ਤਰ੍ਹਾਂ ਇਹ ਫਾਇਦਾ ਵੀ ਹੈ ਦੇਸ਼ ਦਾ ਕਿ ਜਿਹੜਾ ਲੋਕੀ ਨਸ਼ੇ ਦੇ ਪ੍ਰਤੀ ਘੱਟ ਜਾਂਦੇ ਨੇ, ਅਤੇ ਨਾਲ ਹੀ ਜਿਹੜੇ ਪੀਂਦੇ ਨੇ ਉਹ ਸਰਕਾਰ ਨੂੰ ਕੁਛ ਰੈਵਨਿਊ ਵੀ ਦਿੰਦੇ ਨੇ, ਅਤੇ ਸਰਕਾਰ ਦਾ ਕੰਮ ਵੀ ਜਿਹੜਾ ਹੈ ਉਸ ਨੂੰ ਹੋਰ ਵੈਲਫੇਅਰ ਸਕੀਮਸ ਦੇ ਵਿੱਚ ਲਾਉਣ ਲਈ ਪੈਸਾ ਸਰਕਾਰ ਨੂੰ ਮਿਲਦਾ ਹੈ। ਐਕਸਾਈਜ਼ ਡਿਊਟੀ ਤੋਂ ਬਾਅਦ ਅਗਲਾ ਜੋ ਮੇਜਰ ਸੋਰਸ ਆਫ ਰੈਵਨਿਊ ਹੈ, ਕਸਟਮ ਡਿਊਟੀ ਹੈ। ਇਹ ਜਦੋਂ ਕੋਈ ਸਮਾਨ ਇੰਡੀਆ ਦੇ ਵਿੱਚ ਬਾਹਰਲੇ ਦੇਸ਼ਾਂ ਤੋਂ ਆਉਂਦਾ ਹੈ ਜਾਂ ਬਾਹਰਲੇ ਦੇਸ਼ਾਂ ਨੂੰ ਐਕਸਪੋਰਟ ਕੀਤਾ ਜਾਂਦਾ ਹੈ, ਇੰਪੋਰਟ ਜਾਂ ਐਕਸਪੋਰਟ ਜਿਹੜੀਆਂ ਚੀਜ਼ਾਂ ਹੁੰਦੀਆਂ ਉਹਨਾਂ ਦੇ ਉੱਪਰ ਜੋ ਟੈਕਸ ਲਾਇਆ ਜਾਂਦਾ ਹੈ ਉਸ ਨੂੰ ਕਸਟਮ ਡਿਊਟੀ ਕਿਹਾ ਜਾਂਦਾ ਹੈ। ਇਹ 1962 ਵਿੱਚ ਕਸਟਮ ਐਕਟ ਬਣਾਇਆ ਗਿਆ ਸੀ, ਜੋ ਕਿ ਬੇਸਿਕ ਲਾਅ ਹੈ ਫॉर ਕਲੈਕਸ਼ਨ ਆਫ ਕਸਟਮ ਡਿਊਟੀ। ਅਤੇ ਜਿਹੜੀ ਸੈਂਟਰਲ ਬੋਰਡ ਆਫ ਐਕਸਾਈਜ਼ ਐਂਡ ਕਸਟਮ ਹੈ, ਉਹ ਇਸ ਦੀ ਸਰਵਉੱਚ ਅਥਾਰਟੀ ਹੈ ਇਸ ਟੈਕਸ ਨੂੰ ਡਿਸਾਈਡ ਕਰਨ ਦੇ ਲਈ ਅਤੇ ਟੈਕਸ ਨੂੰ ਵਸੂਲਣ ਦੇ ਲਈ। ਸੋ ਅਸੀਂ ਜਾਣਦੇ ਹਾਂ ਕਿ ਏਅਰਪੋਰਟ ਦੇ ਉੱਪਰ ਆਪਾਂ ਸੁਣਦੇ ਹਾਂ ਕਿ ਕਸਟਮ ਡਿਊਟੀ ਲੱਗਦੀ ਹੈ, ਕਿਉਂਕਿ ਬਾਹਰਲੇ ਦੇਸ਼ਾਂ ਵਿੱਚ ਕਈ ਚੀਜ਼ਾਂ ਬਹੁਤ ਸਸਤੀਆਂ ਹੁੰਦੀਆਂ ਨੇ। ਉਹ ਜਦੋਂ ਇੰਡੀਆ ਦੇ ਵਿੱਚ ਆ ਜਾਂਦੀਆਂ, ਜੇਕਰ ਉਹ ਐਜ਼ ਇਟ ਇਜ਼ ਹੀ ਉਹਨਾਂ ਰੇਟਸ 'ਤੇ ਆ ਜਾਣਗੀਆਂ ਤਾਂ ਇੰਡੀਆ ਦੀ ਇੰਡਸਟਰੀ ਜਿਹੜੀ ਹੈ ਉੱਥੇ ਲਾਗਤ ਮੁੱਲ ਬਹੁਤ ਜ਼ਿਆਦਾ ਹੁੰਦਾ ਸੀਗਾ, ਅਤੇ ਇਸ ਕਰਕੇ ਉੱਥੇ ਕਸਟਮ ਡਿਊਟੀ ਲਾਈ ਜਾਂਦੀ ਸੀ ਕਿ ਇੱਕ ਤਾਂ ਆਪਣੇ ਦੇਸ਼ ਦੀ ਇੰਡਸਟਰੀ ਨੂੰ ਵੀ ਕੋਈ ਨੁਕਸਾਨ ਨਾ ਹੋਵੇ, ਦੂਸਰਾ ਜੇਕਰ ਕੋਈ ਬਾਹਰੋਂ ਸਮਾਨ ਲੈ ਕੇ ਆਉਂਦਾ ਹੈ ਉਸ ਦੇ ਬਦਲੇ ਦੇ ਵਿੱਚ ਸਰਕਾਰ ਨੂੰ ਪੈਸਾ ਦੇਵੇ ਅਤੇ ਸਰਕਾਰ ਨੂੰ ਵੀ ਉਸ ਦਾ ਰੈਵਨਿਊ ਜਨਰੇਟ ਹੋਵੇ। ਅੱਜ ਕੱਲ੍ਹ ਜੋ ਨਵਾਂ ਟੈਕਸ ਬਣਾਇਆ ਗਿਆ ਹੈ GST, ਹਰੇਕ ਚੀਜ਼ ਦੇ ਉੱਪਰ ਹੀ ਲੱਗਦਾ ਹੈ। ਗੁੱਡਸ ਐਂਡ ਸਰਵਿਸਿਜ਼ ਟੈਕਸ ਇਸ ਦੀ ਫੁੱਲ ਫਾਰਮ ਹੈ। ਬਹੁਤ ਸਾਰੇ ਟੈਕਸ ਜਿਵੇਂ ਕਿ ਸੇਲ ਟੈਕਸ, ਪਰਚੇਜ ਟੈਕਸ, ਸਰਵਿਸ ਟੈਕਸ, ਵੈਟ, ਸੈਸ, ਸਰਚਾਰਜਿਸ, ਐਂਟਰਟੇਨਮੈਂਟ ਟੈਕਸ, ਲਗਜ਼ਰੀ ਟੈਕਸ, ਐਕਸਾਈਜ਼ ਵੀ ਕੁਝ ਆਈਟਮਸ ਨੂੰ ਛੱਡ ਕੇ ਉਹ ਸਾਰਾ ਕੁਝ ਇੱਕ ਸਿੰਗਲ ਟੈਕਸ ਇੰਡੀਆ ਦੇ ਵਿੱਚ ਥਰੂ ਆਊਟ ਇੰਡੀਆ GST ਦੇ ਨਾਮ ਨਾਲ ਰੀਪਲੇਸ ਕਰ ਦਿੱਤਾ ਗਿਆ। ਹੁਣ ਬਹੁਤ ਸਾਰੇ ਟੈਕਸਿਸ ਦੀ ਜਗ੍ਹਾ 'ਤੇ ਸਿਰਫ ਇੱਕ ਟੈਕਸ GST ਹੀ ਲੱਗਦਾ ਹੈ। ਐਕਸਾਈਜ਼ ਵੀ ਜਿਹੜੀ ਹੈ ਕੁਛ ਸਪੈਸ਼ਲ ਚੀਜ਼ਾਂ, ਜਿਵੇਂ ਮੈਂ ਦੱਸਿਆ ਪਹਿਲਾਂ ਆਪਾਂ ਡਿਸਕਸ ਕੀਤਾ ਕਿ ਸ਼ਰਾਬ ਦੇ ਉੱਪਰ, ਇਸ ਤੋਂ ਇਲਾਵਾ ਪੈਟਰੋਲੀਅਮ ਜਿੰਨੀਆਂ ਵੀ ਚੀਜ਼ਾਂ ਨੇ, LPG ਹੋ ਗਿਆ, ਪੈਟਰੋਲ ਡੀਜ਼ਲ, ਹੋਰ ਸਾਰੇ ਫਿਊਲਸ ਹੋ ਗਏ, ਉਹਨਾਂ ਦੇ ਉੱਪਰ ਵੀ ਐਕਸਾਈਜ਼ ਡਿਊਟੀ ਜੋ ਹੈ ਸਰਕਾਰ ਵੱਲੋਂ ਫਿਕਸ ਕੀਤੀ ਜਾਂਦੀ ਹੈ। ਇਹ ਚੀਜ਼ਾਂ ਵੀ ਮਹਿੰਗੀਆਂ ਦੇ ਕੇ ਸਰਕਾਰ ਨੂੰ ਆਮਦਨ ਹੋ ਜਾਂਦੀ ਹੈ। ਇਸ ਦੇ ਰੇਟਸ ਵੀ ਡਿਸਾਈਡ ਗੌਰਮੈਂਟ ਵੱਲੋਂ ਕੀਤੇ ਜਾਂਦੇ ਨੇ ਅਤੇ ਆਈਟਮ ਟੂ ਆਈਟਮ ਵੇਰੀ ਕਰਦੇ ਨੇ। GST ਦਾ ਜਦੋਂ ਵੀ ਤੁਸੀਂ ਕੋਈ ਬਿੱਲ ਦੇਖੋ, ਕਿਸੇ ਬਿੱਲ ਦੇ ਉੱਪਰ GST ਦੀ ਵੈਲਿਊ ਲਿਖੀ ਹੋਵੇ ਤਾਂ ਉੱਥੇ ਦੋ ਚੀਜ਼ਾਂ ਲਿਖੀਆਂ ਹੁੰਦੀਆਂ, CGST ਐਂਡ SGST। ਹੁਣ ਇਹ ਵੇਰੀ ਕਰਦਾ ਹੈ, ਕਈ ਆਈਟਮਸ ਦੇ ਉੱਪਰ 5% ਹੈ GST, ਕਈ ਦੇ ਉੱਪਰ 9 ਹੈ, 10 ਹੈ, ਕਈਆਂ 'ਤੇ 18% GST ਹੁੰਦਾ ਹੈ। ਉਹਦੇ ਵਿੱਚੋਂ ਅੱਧਾ ਸ਼ੇਅਰ ਹੈ ਉਹ CGST ਮਤਲਬ ਸੈਂਟਰ ਗੌਰਮੈਂਟ ਸੈਂਟਰਲ ਗੁੱਡਸ ਐਂਡ ਸਰਵਿਸ ਟੈਕਸ ਹੈ। ਦੂਸਰਾ ਅੱਧਾ ਸ਼ੇਅਰ ਹੈ SGST ਸਟੇਟ ਗੁੱਡਸ ਐਂਡ ਸਰਵਿਸਿਜ਼ ਟੈਕਸ। ਜੇ 100 ਰੁਪਏ ਦੀ ਚੀਜ਼ ਹੈ ਉਸ ਦੇ ਉੱਪਰ 18 ਰੁਪਏ ਟੈਕਸ ਲੱਗਦਾ, 9 ਰੁਪਏ ਸੈਂਟਰ ਗੌਰਮੈਂਟ ਕੋਲ ਜਾਂਦੇ ਹੈ, 9 ਰੁਪਏ ਸਟੇਟ ਗੌਰਮੈਂਟ ਕੋਲ ਹੁੰਦਾ ਹੈ। ਅਤੇ ਦੋਨੋਂ ਗੌਰਮੈਂਟਸ ਹੈ ਉਹ ਆਪਣੇ ਜੋ ਕਾਰੋਬਾਰ ਹੈ, ਜੋ ਸਕੀਮਸ ਹੈ, ਆਪਣਾ ਜੋ ਵੀ ਆਪਣੇ ਦੇਸ਼ ਦੀਆਂ, ਆਪਣੇ ਪ੍ਰਾਂਤ ਦੀਆਂ ਜੋ ਵੀ ਸਕੀਮਾਂ ਬਣਾਉਣੀਆਂ ਉਸ ਪੈਸੇ ਨਾਲ ਬਣਾਉਂਦੀਆਂ। ਐਮਪਲਾਈਜ਼ ਪ੍ਰੋਵੀਡੈਂਟ ਫੰਡ EPF, ਇਹ ਇੱਕ ਐਮਪਲਾਈਜ਼ ਪ੍ਰੋਵੀਡੈਂਟ ਫੰਡ ਐਂਡ ਮਿਸਲੇਨੀਅਸ ਪ੍ਰੋਵੀਜ਼ਨਸ ਐਕਟ 1952 ਦੇ ਵਿੱਚ ਬਣਾਇਆ ਗਿਆ ਸੀ, ਉਸ ਦੇ ਥਰੂ ਗਵਰਨ ਕੀਤਾ ਜਾਂਦਾ ਹੈ। ਪ੍ਰੋਵੀਡੈਂਟ ਫੰਡ ਕਮਿਸ਼ਨਰ ਜਿਹੜਾ ਹੈ ਗੌਰਮੈਂਟ ਦਾ ਇੱਕ ਅਫਸਰ ਹੈ, ਉਹ ਇਸ ਅਕਾਊਂਟ ਨੂੰ ਮੇਨਟੇਨ ਕਰਦਾ ਹੈ। ਇੱਕ ਤਰ੍ਹਾਂ ਇੱਕ ਸੋਸ਼ਲ ਸਿਕਿਉਰਿਟੀ ਹੈ, ਫਾਈਨੈਂਸ਼ੀਅਲ ਸਿਕਿਉਰਿਟੀ ਹੈ ਇੰਡਸਟਰੀਅਲ ਵਰਕਰਸ ਦੇ ਲਈ। ਇਸ ਦੇ ਲਈ ਇਹ ਪ੍ਰੋਵੀਡੈਂਟ ਫੰਡ ਬਣਾਇਆ ਗਿਆ। ਜੋ ਐਮਪਲਾਈ ਹੈ ਉਸਨੇ ਕੁਝ ਪੈਸਾ ਹਰ ਮਹੀਨੇ ਆਪਣੀ ਸੈਲਰੀ ਦੇ ਵਿੱਚੋਂ ਇਸ ਫੰਡ ਦੇ ਵਿੱਚ ਕਟਾਉਣਾ ਹੁੰਦਾ ਹੈ, ਅਤੇ ਓਨਾ ਹੀ ਅਮਾਊਂਟ ਜੋ ਹੈ ਉਹ ਐਮਪਲਾਇਰ ਵੱਲੋਂ ਵੀ ਉਸ ਦੇ ਵਿੱਚ ਪਾਇਆ ਜਾਂਦਾ ਹੈ। ਮੰਨ ਲਓ ਕਿਸੇ ਦੀ 10,000 ਰੁਪਏ ਤਨਖਾਹ ਹੈ, ਉਸ ਦਾ 10% 1,000 ਰੁਪਇਆ ਜੋ ਹੈ ਉਹ ਐਮਪਲਾਈ ਵੱਲ ਦਾ ਕੱਟਿਆ ਜਾਂਦਾ ਹੈ, 1,000 ਰੁਪਇਆ ਹੋਰ ਮਾਲਕ ਵੱਲੋਂ ਇਸ ਫੰਡ ਦੇ ਵਿੱਚ ਪਾਇਆ ਜਾਂਦਾ ਹੈ।
ਤੇ ਨਾਲ ਇਸ ਦੇ ਉੱਪਰ ਇੰਟਰਸਟ ਵੀ ਦਿੱਤਾ ਜਾਂਦਾ ਹੈ ਤੇ ਇੰਟਰਸਟ ਵੀ ਬੈਂਕ ਨਾਲੋਂ ਕਾਫੀ ਅੱਛਾ ਹੁੰਦਾ ਹੈ। EMPLOYEE ਦੇ ਖਾਤੇ ਵਿੱਚ ਜਮ੍ਹਾਂ ਹੁੰਦਾ ਰਹਿੰਦਾ, ਮਤਲਬ ਨਾਲੇ ਪੈਸਾ ਡਬਲ ਹੋ ਗਿਆ ਜਿਹੜਾ ਕੱਟਿਆ ਗਿਆ, ਨਾਲੇ ਉਸ ਦੇ ਉੱਪਰ ਵਿਆਜ ਆਇਆ। ਸੋ ਜਦੋਂ ਉਸਨੂੰ ਰਿਟਾਇਰਮੈਂਟ ਦਾ ਟਾਈਮ ਆਉਂਦਾ ਹੈ ਤਾਂ ਕਾਫੀ ਅੱਛਾ ਪੈਸਾ ਉਸ EMPLOYEE ਦਾ ਉਸ ਫੰਡ ਦੇ ਵਿੱਚ ਜਮ੍ਹਾਂ ਹੋ ਜਾਂਦਾ ਹੈ। EPF ਸਕੀਮ ਦੇ ਵਿੱਚ EMPLOYEE ਦੀਆਂ ਬਹੁਤ ਸਾਰੀਆਂ ਜ਼ਰੂਰਤਾਂ ਨੇ, ਉਹ ਟੇਕ ਕੇਅਰ ਕੀਤੀਆਂ ਜਾਂਦੀਆਂ। ਜਦੋਂ ਉਸਦੀ ਰਿਟਾਇਰਮੈਂਟ ਹੁੰਦੀ ਉਦੋਂ ਉਸਨੂੰ ਪੈਸਾ ਮਿਲਦਾ ਹੈ। ਉਸਦੀ ਮੈਡੀਕਲ ਕੇਅਰ, ਕਦੀ ਉਸਨੂੰ ਹੋਸਪਿਟਲਾਈਜੇਸ਼ਨ ਜਾਂ ਹੋਰ ਮੈਡੀਕਲ ਕੇਅਰ ਦੀ ਲੋੜ ਪੈਂਦੀ ਹੈ ਤਾਂ ਇਸ ਫੰਡ ਦੇ ਵਿੱਚੋਂ ਪੈਸਾ ਲਿਆ ਜਾ ਸਕਦਾ ਹੈ। ਘਰ ਬਣਾਉਣ ਦੇ ਲਈ ਪੈਸਾ ਲਿਆ ਜਾ ਸਕਦਾ ਹੈ। ਫੈਮਿਲੀ ਓਬਲੀਗੇਸ਼ਨ, ਬੱਚੇ ਦੀ ਪੜ੍ਹਾਈ, ਬੱਚੇ ਦੀ ਵਿਆਹ ਸ਼ਾਦੀ ਕਰਨੀ ਹੈ, ਇੰਸ਼ੋਰੈਂਸ ਪੋਲਿਸੀਜ਼ ਨੂੰ ਪੈਸਾ ਦੇਣਾ ਹੈ, ਤਾਂ ਉੱਥੇ ਇਹ ਜੋ ਹੈ EPF ਸਕੀਮ ਹੈ, ਇਸ ਦੇ ਵਿੱਚੋਂ ਪੈਸਾ ਐਡਵਾਂਸ ਵੀ ਲਿਆ ਜਾ ਸਕਦਾ ਹੈ ਲੋਨ ਦੇ ਰੂਪ ਦੇ ਵਿੱਚ। ਕੁਝ ਚੀਜ਼ਾਂ ਦੇ ਲਈ ਜੋ ਹੈ ਉਹ ਨੋਨ ਰਿਫੰਡੇਬਲ ਐਡਵਾਂਸ ਵੀ ਮਿਲ ਜਾਂਦਾ ਹੈ, ਜਿਸ ਨਾਲ ਕਿ ਆਪਣੀਆਂ ਜ਼ਰੂਰਤਾਂ EMPLOYEE ਹੈ ਪੂਰੀਆਂ ਕਰ ਸਕਦਾ ਹੈ। ਸਕੀਮਸ ਕਵਰਡ ਅੰਡਰ EPF ਐਕਟ। EPF ਐਕਟ ਦੇ ਅੰਡਰ ਜੋ ਸਕੀਮਸ ਕਵਰ ਹੁੰਦੀਆਂ, ਪ੍ਰੋਵੀਡੈਂਟ ਫੰਡ PF, ਫੈਮਿਲੀ ਪੈਨਸ਼ਨ ਫੰਡ FPF, EMPLOYEE ਡਿਪੋਜ਼ਿਟ ਲਿੰਕਡ ਇੰਸ਼ੋਰੈਂਸ EDLI, ਇਹ ਵੀ ਜੋ ਸਕੀਮਸ ਹੈ PF ਐਕਟ ਦੇ ਅੰਡਰ ਕਵਰ ਹੁੰਦੀਆਂ। ਕਵਰੇਜ ਆਫ ਐਕਟ ਬਹੁਤ ਸਾਰੀਆਂ ਜਿਹੜੇ ਅਦਾਰੇ ਨੇ ਉਹ EPF ਐਕਟ ਦੇ ਅੰਡਰ ਕਵਰ ਹੁੰਦੇ ਨੇ। ਫੈਕਟਰੀਜ਼, ਹੋਟਲਸ, ਟੀ ਕਾਫੀ ਪਲਾਂਟਸ, ਟ੍ਰੇਡਿੰਗ ਐਂਡ ਕਮਰਸ਼ੀਅਲ ਐਸਟੈਬਲਿਸ਼ਮੈਂਟ, ਕੋਈ CA ਦਾ ਦਫ਼ਤਰ ਹੈ, ਡਾਕਟਰ ਦਾ ਕੋਈ ਕਲੀਨਿਕ ਹੈ, ਹੌਸਪੀਟਲ ਹੈ, ਹੋਰ ਆਰਕੀਟੈਕਟ ਦਾ ਆਫਿਸ ਹੈ ਜਿੱਥੇ EMPLOYEE ਕੰਮ ਕਰਦੇ ਨੇ, ਸਾਰੇ EMPLOYEE ਇਸ ਐਕਟ ਦੇ ਅੰਡਰ ਕਵਰ ਹੁੰਦੇ ਨੇ। ਬਿਲਡਿੰਗ ਐਂਡ ਕੰਸਟਰਕਸ਼ਨ ਐਕਟੀਵਿਟੀ ਜਿੱਥੇ ਹੁੰਦੀਆਂ ਉਹ ਵਾਲੇ ਸਾਰੇ EMPLOYEES, ਸਕੂਲ, ਕਾਲਜ, ਯੂਨੀਵਰਸਿਟੀ ਦੇ EMPLOYEES, 에ਅਰਲਾਈਨਸ ਜਿੰਨੀਆਂ ਵੀ ਗੌਰਮੈਂਟ ਵੱਲੋਂ ਕੰਟਰੋਲ ਹੁੰਦੀਆਂ, ਇਹ ਸਾਰਿਆਂ ਦੇ EMPLOYEES ਜਿਹੜੇ ਨੇ ਇਸ ਐਕਟ ਦੇ ਅੰਡਰ ਕਵਰ ਕੀਤੇ ਜਾਂਦੇ ਨੇ। ਇਸ ਦੇ ਨਾਲ ਹੀ ਜੋ ਫਾਈਨੈਂਸ਼ੀਅਲ ਮੈਨੇਜਮੈਂਟ ਹੈ ਇਹ ਟੌਪਿਕ ਪੂਰਾ ਹੁੰਦਾ ਅਤੇ ਆਪਾਂ ਅੱਜ ਦਾ ਲੈਕਚਰ ਇੱਥੇ ਰੋਕਦੇ ਹਾਂ। ਨੈਕਸਟ ਲੈਕਚਰ ਦੇ ਵਿੱਚ ਮੇਨਟੇਨੈਂਸ ਮੈਨੇਜਮੈਂਟ, ਜੋ ਕਿ ਤੁਹਾਡੇ ਸਿਲੇਬਸ ਦੇ ਅਨੁਸਾਰ ਆਖਰੀ ਟੌਪਿਕ ਹੈ ਇਸ ਚੈਪਟਰ ਦਾ, ਉਹ ਆਪਾਂ ਨੈਕਸਟ ਲੈਕਚਰ ਦੇ ਵਿੱਚ ਡਿਸਕਸ ਕਰਾਂਗੇ। ਥੈਂਕ ਯੂ ਵੈਰੀ ਮਚ।